ਅੱਜ ਇੱਕ ਨਿਊਜ਼ ਜਿਹੜੀ ਬੜੇ ਚੈਨਲਾਂ ਤੇ ਆ ਰਹੀ ਹੈ ਕਿ ਪੰਜਾਬ ਸਰਕਾਰ ਨੇ ਜੋ ਸਰਸੇ ਵਾਲਾ ਡੇਰੇ ਵਾਲਾ ਗੁਰਮੀਤ ਰਾਮ ਰਹੀਮ ਹੈ ਉਹਨੂੰ ਫਰੀਦਕੋਟ ਕੇਸ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਕੇਸਾਂ ਦੇ ਵਿੱਚ ਉਹਨੂੰ ਜਿਹੜਾ ਉਸ ਦੇ ਵਿੱਚ ਨੋਮੀਨੇਟ ਕੀਤਾ ਹੈ। ਸੋ ਮੇਰੀ ਪੰਜਾਬ ਸਰਕਾਰ ਨੂੰ ਬੇਨਤੀ ਇਹ ਹੈ ਕਿ ਭਗਤੇ ਵਿਖੇ ਜਿਹੜੀ 2015 ਦੇ ਵਿੱਚ ਇਸ ਏਰੀਏ 'ਚ ਬੇਅਦਬੀ ਹੋਈ ਸੀ ਤਾਂ ਉਸ ਦੇ ਜਿਹੜੇ ਕੇਸ ਚੱਲਦੇ ਨੇ ਉਹ ਫੂਲ ਅਦਾਲਤ ਦੇ ਅੰਦਰ ਚੱਲ ਰਹੇ ਨੇ। ਤਾਂ ਇੱਕ ਕੇਸ ਜਿਹੜਾ FIR ਨੰਬਰ 161 ਨੰਬਰ FIR ਹੈ ਜਿਸ ਦੇ ਵਿੱਚ ਜਤਿੰਦਰ ਅਰੋੜੇ ਨੇ 164 ਦੇ ਵਿੱਚ ਆ ਕੇ ਕੋਰਟ ਦੇ ਅੰਦਰ ਸਟੇਟਮੈਂਟ ਦਿੱਤੀ ਸੀ ਕਿ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ ਉਹ ਅਸੀਂ ਡੇਰੇ ਸਰਸੇ ਦੇ ਵਿੱਚ ਬੈਠ ਕੇ ਕੀਤੀ ਸੀ। ਤਾਂ ਉਹ ਬੜਾ ਅਦਾਲਤ ਦੇ ਅੰਦਰ ਉਹ ਕਲੀਅਰ ਹੋ ਚੁੱਕਾ ਹੈ, ਉਹਦੀ ਐਡਮਿਸ਼ਨ ਹੈ। ਮੈਂ ਸਰਕਾਰ ਨੂੰ ਅੱਗੇ ਅਸੀਂ ਇੱਕ ਦਰਖਾਸਤ ਵੀ ਦਿੱਤੀ ਸੀ ਕਿ ਉਹਦੀ ਐਡਮਿਸ਼ਨ ਹੋ ਚੁੱਕੀ ਹੈ। ਅਗਰ ਉਹਦੀ ਇਨਵੋਲਵਮੈਂਟ ਇਸ ਕੇਸ 'ਚ ਹੁੰਦੀ ਹੈ ਤਾਂ ਇਹ ਕੇਸ ਜਿਹੜਾ ਫੂਲ ਅਦਾਲਤਾਂ ਦੇ ਅੰਦਰ ਕੇਸ ਚੱਲਦਾ ਹੈ 161 ਨੰਬਰ FIR ਜੋ ਬਹੁਤ ਜ਼ਿਆਦਾ ਸਟਰੋਂਗ ਹੈ। ਸੋ ਜਿਹੜਾ ਫਰੀਦਕੋਟ ਵਾਲਾ ਉਧਰ ਵੀ ਨੋਮੀਨੇਟ ਕੀਤਾ, ਚੰਗੀ ਗੱਲ ਹੈ, ਪਰ ਬਹੁਤ ਜ਼ਿਆਦਾ ਲੇਟ ਹੋ ਚੁੱਕੇ ਆ। ਇਹ ਐਕਚੁਅਲੀ ਪਹਿਲਾਂ ਕਰਨਾ ਚਾਹੀਦਾ ਸੀ। ਸੋ ਮੇਰੀ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਉਹ ਭਗਤੇ ਵਾਲੇ ਕੇਸਾਂ ਦੇ ਵਿੱਚ ਵੀ ਉਸ ਨੂੰ ਨੋਮੀਨੇਟ ਕਰਨ ਜਿੱਥੇ ਮੁਲਜ਼ਮਾਂ ਦੀ ਆਪ ਦੀ ਐਡਮਿਸ਼ਨ ਹੈ ਕਿ ਅਸੀਂ ਸਰਸੇ ਡੇਰੇ 'ਚ ਬੈਠ ਕੇ ਹੀ ਸਾਰੀ ਪਲੈਨਿੰਗ ਬਣਾਈ ਸੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ। ਅੱਜ ਇੱਕ ਨਿਊਜ਼ ਜਿਹੜੀ ਬੜੇ ਚੈਨਲਾਂ ਤੇ ਆ ਰਹੀ ਹੈ ਕਿ ਪੰਜਾਬ ਸਰਕਾਰ ਨੇ ਜੋ ਸਰਸੇ ਵਾਲਾ ਡੇਰੇ ਵਾਲਾ ਗੁਰਮੀਤ ਰਾਮ ਰਹੀਮ ਹੈ ਉਹਨੂੰ ਫਰੀਦਕੋਟ ਕੇਸ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਕੇਸਾਂ ਦੇ ਵਿੱਚ ਉਹਨੂੰ ਜਿਹੜਾ ਉਸ ਦੇ ਵਿੱਚ ਨੋਮੀਨੇਟ ਕੀਤਾ ਹੈ। ਸੋ ਮੇਰੀ ਪੰਜਾਬ ਸਰਕਾਰ ਨੂੰ ਬੇਨਤੀ ਇਹ ਹੈ ਕਿ ਭਗਤੇ ਵਿਖੇ ਜਿਹੜੀ 2015 ਦੇ ਵਿੱਚ ਇਸ ਏਰੀਏ 'ਚ ਬੇਅਦਬੀ ਹੋਈ ਸੀ ਤਾਂ ਉਸ ਦੇ ਜਿਹੜੇ ਕੇਸ ਚੱਲਦੇ ਨੇ ਉਹ ਫੂਲ ਅਦਾਲਤ ਦੇ ਅੰਦਰ ਚੱਲ ਰਹੇ ਨੇ। ਤਾਂ ਇੱਕ ਕੇਸ ਜਿਹੜਾ FIR ਨੰਬਰ 161 ਨੰਬਰ FIR ਹੈ ਜਿਸ ਦੇ ਵਿੱਚ ਜਤਿੰਦਰ ਅਰੋੜੇ ਨੇ 164 ਦੇ ਵਿੱਚ ਆ ਕੇ ਕੋਰਟ ਦੇ ਅੰਦਰ ਸਟੇਟਮੈਂਟ ਦਿੱਤੀ ਸੀ ਕਿ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ ਉਹ ਅਸੀਂ ਡੇਰੇ ਸਰਸੇ ਦੇ ਵਿੱਚ ਬੈਠ ਕੇ ਕੀਤੀ ਸੀ। ਤਾਂ ਉਹ ਬੜਾ ਅਦਾਲਤ ਦੇ ਅੰਦਰ ਉਹ ਕਲੀਅਰ ਹੋ ਚੁੱਕਾ ਹੈ, ਉਹਦੀ ਐਡਮਿਸ਼ਨ ਹੈ। ਮੈਂ ਸਰਕਾਰ ਨੂੰ ਅੱਗੇ ਅਸੀਂ ਇੱਕ ਦਰਖਾਸਤ ਵੀ ਦਿੱਤੀ ਸੀ ਕਿ ਉਹਦੀ ਐਡਮਿਸ਼ਨ ਹੋ ਚੁੱਕੀ ਹੈ। ਅਗਰ ਉਹਦੀ ਇਨਵੋਲਵਮੈਂਟ ਇਸ ਕੇਸ 'ਚ ਹੁੰਦੀ ਹੈ ਤਾਂ ਇਹ ਕੇਸ ਜਿਹੜਾ ਫੂਲ ਅਦਾਲਤਾਂ ਦੇ ਅੰਦਰ ਕੇਸ ਚੱਲਦਾ ਹੈ 161 ਨੰਬਰ FIR ਜੋ ਬਹੁਤ ਜ਼ਿਆਦਾ ਸਟਰੋਂਗ ਹੈ। ਸੋ ਜਿਹੜਾ ਫਰੀਦਕੋਟ ਵਾਲਾ ਉਧਰ ਵੀ ਨੋਮੀਨੇਟ ਕੀਤਾ, ਚੰਗੀ ਗੱਲ ਹੈ, ਪਰ ਬਹੁਤ ਜ਼ਿਆਦਾ ਲੇਟ ਹੋ ਚੁੱਕੇ ਆ। ਇਹ ਐਕਚੁਅਲੀ ਪਹਿਲਾਂ ਕਰਨਾ ਚਾਹੀਦਾ ਸੀ। ਸੋ ਮੇਰੀ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਉਹ ਭਗਤੇ ਵਾਲੇ ਕੇਸਾਂ ਦੇ ਵਿੱਚ ਵੀ ਉਸ ਨੂੰ ਨੋਮੀਨੇਟ ਕਰਨ ਜਿੱਥੇ ਮੁਲਜ਼ਮਾਂ ਦੀ ਆਪ ਦੀ ਐਡਮਿਸ਼ਨ ਹੈ ਕਿ ਅਸੀਂ ਸਰਸੇ ਡੇਰੇ 'ਚ ਬੈਠ ਕੇ ਹੀ ਸਾਰੀ ਪਲੈਨਿੰਗ ਬਣਾਈ ਸੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ। ਅੱਜ ਇੱਕ ਨਿਊਜ਼ ਜਿਹੜੀ ਬੜੇ ਚੈਨਲਾਂ ਤੇ ਆ ਰਹੀ ਹੈ ਕਿ ਪੰਜਾਬ ਸਰਕਾਰ ਨੇ ਜੋ ਸਰਸੇ ਵਾਲਾ ਡੇਰੇ ਵਾਲਾ ਗੁਰਮੀਤ ਰਾਮ ਰਹੀਮ ਹੈ ਉਹਨੂੰ ਫਰੀਦਕੋਟ ਕੇਸ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਕੇਸਾਂ ਦੇ ਵਿੱਚ ਉਹਨੂੰ ਜਿਹੜਾ ਉਸ ਦੇ ਵਿੱਚ ਨੋਮੀਨੇਟ ਕੀਤਾ ਹੈ। ਸੋ ਮੇਰੀ ਪੰਜਾਬ ਸਰਕਾਰ ਨੂੰ ਬੇਨਤੀ ਇਹ ਹੈ ਕਿ ਭਗਤੇ ਵਿਖੇ ਜਿਹੜੀ 2015 ਦੇ ਵਿੱਚ ਇਸ ਏਰੀਏ 'ਚ ਬੇਅਦਬੀ ਹੋਈ ਸੀ ਤਾਂ ਉਸ ਦੇ ਜਿਹੜੇ ਕੇਸ ਚੱਲਦੇ ਨੇ ਉਹ ਫੂਲ ਅਦਾਲਤ ਦੇ ਅੰਦਰ ਚੱਲ ਰਹੇ ਨੇ। ਤਾਂ ਇੱਕ ਕੇਸ ਜਿਹੜਾ FIR ਨੰਬਰ 161 ਨੰਬਰ FIR ਹੈ ਜਿਸ ਦੇ ਵਿੱਚ ਜਤਿੰਦਰ ਅਰੋੜੇ ਨੇ 164 ਦੇ ਵਿੱਚ ਆ ਕੇ ਕੋਰਟ ਦੇ ਅੰਦਰ ਸਟੇਟਮੈਂਟ ਦਿੱਤੀ ਸੀ ਕਿ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ ਉਹ ਅਸੀਂ ਡੇਰੇ ਸਰਸੇ ਦੇ ਵਿੱਚ ਬੈਠ ਕੇ ਕੀਤੀ ਸੀ। ਤਾਂ ਉਹ ਬੜਾ ਅਦਾਲਤ ਦੇ ਅੰਦਰ ਉਹ ਕਲੀਅਰ ਹੋ ਚੁੱਕਾ ਹੈ, ਉਹਦੀ ਐਡਮਿਸ਼ਨ ਹੈ। ਮੈਂ ਸਰਕਾਰ ਨੂੰ ਅੱਗੇ ਅਸੀਂ ਇੱਕ ਦਰਖਾਸਤ ਵੀ ਦਿੱਤੀ ਸੀ ਕਿ ਉਹਦੀ ਐਡਮਿਸ਼ਨ ਹੋ ਚੁੱਕੀ ਹੈ। ਅਗਰ ਉਹਦੀ ਇਨਵੋਲਵਮੈਂਟ ਇਸ ਕੇਸ 'ਚ ਹੁੰਦੀ ਹੈ ਤਾਂ ਇਹ ਕੇਸ ਜਿਹੜਾ ਫੂਲ ਅਦਾਲਤਾਂ ਦੇ ਅੰਦਰ ਕੇਸ ਚੱਲਦਾ ਹੈ 161 ਨੰਬਰ FIR ਜੋ ਬਹੁਤ ਜ਼ਿਆਦਾ ਸਟਰੋਂਗ ਹੈ। ਸੋ ਜਿਹੜਾ ਫਰੀਦਕੋਟ ਵਾਲਾ ਉਧਰ ਵੀ ਨੋਮੀਨੇਟ ਕੀਤਾ, ਚੰਗੀ ਗੱਲ ਹੈ, ਪਰ ਬਹੁਤ ਜ਼ਿਆਦਾ ਲੇਟ ਹੋ ਚੁੱਕੇ ਆ। ਇਹ ਐਕਚੁਅਲੀ ਪਹਿਲਾਂ ਕਰਨਾ ਚਾਹੀਦਾ ਸੀ। ਸੋ ਮੇਰੀ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਉਹ ਭਗਤੇ ਵਾਲੇ ਕੇਸਾਂ ਦੇ ਵਿੱਚ ਵੀ ਉਸ ਨੂੰ ਨੋਮੀਨੇਟ ਕਰਨ ਜਿੱਥੇ ਮੁਲਜ਼ਮਾਂ ਦੀ ਆਪ ਦੀ ਐਡਮਿਸ਼ਨ ਹੈ ਕਿ ਅਸੀਂ ਸਰਸੇ ਡੇਰੇ 'ਚ ਬੈਠ ਕੇ ਹੀ ਸਾਰੀ ਪਲੈਨਿੰਗ ਬਣਾਈ ਸੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ। ਅੱਜ ਇੱਕ ਨਿਊਜ਼ ਜਿਹੜੀ ਬੜੇ ਚੈਨਲਾਂ ਤੇ ਆ ਰਹੀ ਹੈ ਕਿ ਪੰਜਾਬ ਸਰਕਾਰ ਨੇ ਜੋ ਸਰਸੇ ਵਾਲਾ ਡੇਰੇ ਵਾਲਾ ਗੁਰਮੀਤ ਰਾਮ ਰਹੀਮ ਹੈ ਉਹਨੂੰ ਫਰੀਦਕੋਟ ਕੇਸ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਕੇਸਾਂ ਦੇ ਵਿੱਚ ਉਹਨੂੰ ਜਿਹੜਾ ਉਸ ਦੇ ਵਿੱਚ ਨੋਮੀਨੇਟ ਕੀਤਾ ਹੈ। ਸੋ ਮੇਰੀ ਪੰਜਾਬ ਸਰਕਾਰ ਨੂੰ ਬੇਨਤੀ ਇਹ ਹੈ ਕਿ ਭਗਤੇ ਵਿਖੇ ਜਿਹੜੀ 2015 ਦੇ ਵਿੱਚ ਇਸ ਏਰੀਏ 'ਚ ਬੇਅਦਬੀ ਹੋਈ ਸੀ ਤਾਂ ਉਸ ਦੇ ਜਿਹੜੇ ਕੇਸ ਚੱਲਦੇ ਨੇ ਉਹ ਫੂਲ ਅਦਾਲਤ ਦੇ ਅੰਦਰ ਚੱਲ ਰਹੇ ਨੇ। ਤਾਂ ਇੱਕ ਕੇਸ ਜਿਹੜਾ FIR ਨੰਬਰ 161 ਨੰਬਰ FIR ਹੈ ਜਿਸ ਦੇ ਵਿੱਚ ਜਤਿੰਦਰ ਅਰੋੜੇ ਨੇ 164 ਦੇ ਵਿੱਚ ਆ ਕੇ ਕੋਰਟ ਦੇ ਅੰਦਰ ਸਟੇਟਮੈਂਟ ਦਿੱਤੀ ਸੀ ਕਿ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ ਉਹ ਅਸੀਂ ਡੇਰੇ ਸਰਸੇ ਦੇ ਵਿੱਚ ਬੈਠ ਕੇ ਕੀਤੀ ਸੀ। ਤਾਂ ਉਹ ਬੜਾ ਅਦਾਲਤ ਦੇ ਅੰਦਰ ਉਹ ਕਲੀਅਰ ਹੋ ਚੁੱਕਾ ਹੈ, ਉਹਦੀ ਐਡਮਿਸ਼ਨ ਹੈ। ਮੈਂ ਸਰਕਾਰ ਨੂੰ ਅੱਗੇ ਅਸੀਂ ਇੱਕ ਦਰਖਾਸਤ ਵੀ ਦਿੱਤੀ ਸੀ ਕਿ ਉਹਦੀ ਐਡਮਿਸ਼ਨ ਹੋ ਚੁੱਕੀ ਹੈ। ਅਗਰ ਉਹਦੀ ਇਨਵੋਲਵਮੈਂਟ ਇਸ ਕੇਸ 'ਚ ਹੁੰਦੀ ਹੈ ਤਾਂ ਇਹ ਕੇਸ ਜਿਹੜਾ ਫੂਲ ਅਦਾਲਤਾਂ ਦੇ ਅੰਦਰ ਕੇਸ ਚੱਲਦਾ ਹੈ 161 ਨੰਬਰ FIR ਜੋ ਬਹੁਤ ਜ਼ਿਆਦਾ ਸਟਰੋਂਗ ਹੈ।
ਸੋ ਜਿਹੜਾ ਫਰੀਦਕੋਟ ਵਾਲਾ ਉਧਰ ਵੀ ਨੋਮੀਨੇਟ ਕੀਤਾ, ਚੰਗੀ ਗੱਲ ਆ, ਪਰ ਬਹੁਤ ਜ਼ਿਆਦਾ ਲੇਟ ਹੋ ਚੁੱਕੇ ਆ। ਇਹ ਐਕਚੁਅਲੀ ਪਹਿਲਾਂ ਕਰਨਾ ਚਾਹੀਦਾ ਸੀ। ਸੋ ਮੇਰੀ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਉਹ ਭਗਤੇ ਵਾਲੇ ਕੇਸਾਂ ਦੇ ਵਿੱਚ ਵੀ ਉਸ ਨੂੰ ਨੋਮੀਨੇਟ ਕਰਨ, ਜਿੱਥੇ ਮੁਲਜ਼ਮਾਂ ਦੀ ਆਪ ਦੀ ਐਡਮਿਸ਼ਨ ਹੈ ਕਿ ਅਸੀਂ ਸਰਸੇ ਡੇਰੇ 'ਚ ਬੈਠ ਕੇ ਹੀ ਸਾਰੀ ਪਲੈਨਿੰਗ ਬਣਾਈ ਸੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ। ਅੱਜ ਇੱਕ ਨਿਊਜ਼ ਜਿਹੜੀ ਬੜੇ ਚੈਨਲਾਂ ਤੇ ਆ ਰਹੀ ਹੈ ਕਿ ਪੰਜਾਬ ਸਰਕਾਰ ਨੇ ਜੋ ਸਰਸੇ ਵਾਲਾ ਡੇਰੇ ਵਾਲਾ ਗੁਰਮੀਤ ਰਾਮ ਰਹੀਮ ਹੈ ਉਹਨੂੰ ਫਰੀਦਕੋਟ ਕੇਸ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਕੇਸਾਂ ਦੇ ਵਿੱਚ ਉਹਨੂੰ ਜਿਹੜਾ ਉਸ ਦੇ ਵਿੱਚ ਨੋਮੀਨੇਟ ਕੀਤਾ ਹੈ। ਸੋ ਮੇਰੀ ਪੰਜਾਬ ਸਰਕਾਰ ਨੂੰ ਬੇਨਤੀ ਇਹ ਹੈ ਕਿ ਭਗਤੇ ਵਿਖੇ ਜਿਹੜੀ 2015 ਦੇ ਵਿੱਚ ਇਸ ਏਰੀਏ 'ਚ ਬੇਅਦਬੀ ਹੋਈ ਸੀ ਤਾਂ ਉਸ ਦੇ ਜਿਹੜੇ ਕੇਸ ਚੱਲਦੇ ਨੇ ਉਹ ਫੂਲ ਅਦਾਲਤ ਦੇ ਅੰਦਰ ਚੱਲ ਰਹੇ ਨੇ। ਤਾਂ ਇੱਕ ਕੇਸ ਜਿਹੜਾ FIR ਨੰਬਰ 161 ਨੰਬਰ FIR ਹੈ, ਜਿਸ ਦੇ ਵਿੱਚ ਜਤਿੰਦਰ ਅਰੋੜੇ ਨੇ 164 ਦੇ ਵਿੱਚ ਆ ਕੇ ਕੋਰਟ ਦੇ ਅੰਦਰ ਸਟੇਟਮੈਂਟ ਦਿੱਤੀ ਸੀ ਕਿ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ ਉਹ ਅਸੀਂ ਡੇਰੇ ਸਰਸੇ ਦੇ ਵਿੱਚ ਬੈਠ ਕੇ ਕੀਤੀ ਸੀ। ਤਾਂ ਉਹ ਬੜਾ ਅਦਾਲਤ ਦੇ ਅੰਦਰ ਉਹ ਕਲੀਅਰ ਹੋ ਚੁੱਕਾ ਹੈ, ਉਹਦੀ ਐਡਮਿਸ਼ਨ ਹੈ। ਮੈਂ ਸਰਕਾਰ ਨੂੰ ਅੱਗੇ ਅਸੀਂ ਇੱਕ ਦਰਖਾਸਤ ਵੀ ਦਿੱਤੀ ਸੀ ਕਿ ਉਹਦੀ ਐਡਮਿਸ਼ਨ ਹੋ ਚੁੱਕੀ ਹੈ। ਅਗਰ ਉਹਦੀ ਇਨਵੋਲਵਮੈਂਟ ਇਸ ਕੇਸ 'ਚ ਹੁੰਦੀ ਹੈ ਤਾਂ ਇਹ ਕੇਸ ਜਿਹੜਾ ਫੂਲ ਅਦਾਲਤਾਂ ਦੇ ਅੰਦਰ ਕੇਸ ਚੱਲਦਾ ਹੈ 161 ਨੰਬਰ FIR ਜੋ ਬਹੁਤ ਜ਼ਿਆਦਾ ਸਟਰੋਂਗ ਹੈ। ਸੋ ਜਿਹੜਾ ਫਰੀਦਕੋਟ ਵਾਲਾ ਉਧਰ ਵੀ ਨੋਮੀਨੇਟ ਕੀਤਾ, ਚੰਗੀ ਗੱਲ ਆ, ਪਰ ਬਹੁਤ ਜ਼ਿਆਦਾ ਲੇਟ ਹੋ ਚੁੱਕੇ ਆ। ਇਹ ਐਕਚੁਅਲੀ ਪਹਿਲਾਂ ਕਰਨਾ ਚਾਹੀਦਾ ਸੀ। ਸੋ ਮੇਰੀ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਉਹ ਭਗਤੇ ਵਾਲੇ ਕੇਸਾਂ ਦੇ ਵਿੱਚ ਵੀ ਉਸ ਨੂੰ ਨੋਮੀਨੇਟ ਕਰਨ, ਜਿੱਥੇ ਮੁਲਜ਼ਮਾਂ ਦੀ ਆਪ ਦੀ ਐਡਮਿਸ਼ਨ ਹੈ ਕਿ ਅਸੀਂ ਸਰਸੇ ਡੇਰੇ 'ਚ ਬੈਠ ਕੇ ਹੀ ਸਾਰੀ ਪਲੈਨਿੰਗ ਬਣਾਈ ਸੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ। ਅੱਜ ਇੱਕ ਨਿਊਜ਼ ਜਿਹੜੀ ਬੜੇ ਚੈਨਲਾਂ ਤੇ ਆ ਰਹੀ ਹੈ ਕਿ ਪੰਜਾਬ ਸਰਕਾਰ ਨੇ ਜੋ ਸਰਸੇ ਵਾਲਾ ਡੇਰੇ ਵਾਲਾ ਗੁਰਮੀਤ ਰਾਮ ਰਹੀਮ ਹੈ ਉਹਨੂੰ ਫਰੀਦਕੋਟ ਕੇਸ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਕੇਸਾਂ ਦੇ ਵਿੱਚ ਉਹਨੂੰ ਜਿਹੜਾ ਉਸ ਦੇ ਵਿੱਚ ਨੋਮੀਨੇਟ ਕੀਤਾ ਹੈ। ਸੋ ਮੇਰੀ ਪੰਜਾਬ ਸਰਕਾਰ ਨੂੰ ਬੇਨਤੀ ਇਹ ਹੈ ਕਿ ਭਗਤੇ ਵਿਖੇ ਜਿਹੜੀ 2015 ਦੇ ਵਿੱਚ ਇਸ ਏਰੀਏ 'ਚ ਬੇਅਦਬੀ ਹੋਈ ਸੀ ਤਾਂ ਉਸ ਦੇ ਜਿਹੜੇ ਕੇਸ ਚੱਲਦੇ ਨੇ ਉਹ ਫੂਲ ਅਦਾਲਤ ਦੇ ਅੰਦਰ ਚੱਲ ਰਹੇ ਨੇ। ਤਾਂ ਇੱਕ ਕੇਸ ਜਿਹੜਾ FIR ਨੰਬਰ 161 ਨੰਬਰ FIR ਹੈ, ਜਿਸ ਦੇ ਵਿੱਚ ਜਤਿੰਦਰ ਅਰੋੜੇ ਨੇ 164 ਦੇ ਵਿੱਚ ਆ ਕੇ ਕੋਰਟ ਦੇ ਅੰਦਰ ਸਟੇਟਮੈਂਟ ਦਿੱਤੀ ਸੀ ਕਿ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ ਉਹ ਅਸੀਂ ਡੇਰੇ ਸਰਸੇ ਦੇ ਵਿੱਚ ਬੈਠ ਕੇ ਕੀਤੀ ਸੀ। ਤਾਂ ਉਹ ਬੜਾ ਅਦਾਲਤ ਦੇ ਅੰਦਰ ਉਹ ਕਲੀਅਰ ਹੋ ਚੁੱਕਾ ਹੈ, ਉਹਦੀ ਐਡਮਿਸ਼ਨ ਹੈ। ਮੈਂ ਸਰਕਾਰ ਨੂੰ ਅੱਗੇ ਅਸੀਂ ਇੱਕ ਦਰਖਾਸਤ ਵੀ ਦਿੱਤੀ ਸੀ ਕਿ ਉਹਦੀ ਐਡਮਿਸ਼ਨ ਹੋ ਚੁੱਕੀ ਹੈ। ਅਗਰ ਉਹਦੀ ਇਨਵੋਲਵਮੈਂਟ ਇਸ ਕੇਸ 'ਚ ਹੁੰਦੀ ਹੈ ਤਾਂ ਇਹ ਕੇਸ ਜਿਹੜਾ ਫੂਲ ਅਦਾਲਤਾਂ ਦੇ ਅੰਦਰ ਕੇਸ ਚੱਲਦਾ ਹੈ 161 ਨੰਬਰ FIR ਜੋ ਬਹੁਤ ਜ਼ਿਆਦਾ ਸਟਰੋਂਗ ਹੈ। ਸੋ ਜਿਹੜਾ ਫਰੀਦਕੋਟ ਵਾਲਾ ਉਧਰ ਵੀ ਨੋਮੀਨੇਟ ਕੀਤਾ, ਚੰਗੀ ਗੱਲ ਆ, ਪਰ ਬਹੁਤ ਜ਼ਿਆਦਾ ਲੇਟ ਹੋ ਚੁੱਕੇ ਆ। ਇਹ ਐਕਚੁਅਲੀ ਪਹਿਲਾਂ ਕਰਨਾ ਚਾਹੀਦਾ ਸੀ। ਸੋ ਮੇਰੀ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਉਹ ਭਗਤੇ ਵਾਲੇ ਕੇਸਾਂ ਦੇ ਵਿੱਚ ਵੀ ਉਸ ਨੂੰ ਨੋਮੀਨੇਟ ਕਰਨ, ਜਿੱਥੇ ਮੁਲਜ਼ਮਾਂ ਦੀ ਆਪ ਦੀ ਐਡਮਿਸ਼ਨ ਹੈ ਕਿ ਅਸੀਂ ਸਰਸੇ ਡੇਰੇ 'ਚ ਬੈਠ ਕੇ ਹੀ ਸਾਰੀ ਪਲੈਨਿੰਗ ਬਣਾਈ ਸੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ।